हाँ जी दोस्तों, स्वागत है जी तुहाडा सारिਆਂ ਦਾ स्टडी फाइटर्स ਦੇ ਵਿੱਚ। ਇਸ ਤੋਂ ਪਹਿਲਾਂ ਵਾਲੀ ਇਹ ਜੋ ਪੂਰੀ ਸੀਰੀਜ਼ ਆਪਣੀ ਚੱਲ ਰਹੀ ਹੈ, ਇਸ ਦੇ ਵਿੱਚ ਆਪਾਂ ਪਹਿਲਾਂ 6 ਸ਼ਬਦ ਸ਼੍ਰੇਣੀਆਂ ਡਿਸਕਸ ਕਰ ਚੁੱਕੇ ਹਾਂ ਤੇ ਅੱਜ ਅਸੀਂ 7ਵੀਂ ਸ਼ਬਦ ਸ਼੍ਰੇਣੀ ਨੂੰ ਡਿਸਕਸ ਕਰਨਾ ਹੈ ਜੀ, ਯੋਜਕ। ਤਾਂ ਜਿਹੜਾ ਯੋਜਕ ਸ਼ਬਦ ਸ਼੍ਰੇਣੀ ਹੈ, ਇਸ ਦਾ ਨਾਮ ਤੋਂ ਯਾਦ ਕਰੋ, ਯੋਜਕ मतलब जोड़ना। ठीक है, सिंपल जी गल है। तो हुण जोड़दा तां हैगे, ये सिंपल है, कोई दिक्कत नहीं, पर जोड़न दे तरीके इहदे वक्खो वक्खरे होणगे, ओह अगे इस दीयां किस्मां बन जाणगीआं। ठीक है, तो एक गल होर, जिहड़ी आपां 8वीं शब्द श्रेणी ओह भी अज निबेड़ ही देनी है, तो अपना शब्द बोध हो जाऊगा कंप्लीट। ठीक है, तो योजक उन्हां शब्दां नूं कहा जांदा है जी, जिहड़े दो शब्दां, वाकांशां, उपवाकां जां वाकां नूं एक दूजे नाल जोड़दे हन। समझ रहे हो? डेफिनेशन ध्यान नाल समझो। दो शब्दां नूं, दो जां दो तो वध शब्दां नूं, वाकांशां नूं, वाकांश की है वाक दा हिस्सा, उपवाक मतलब छोटा वाक, जां वाकां नूं एक दूजे नाल जोड़दे ने, जस्ट जोड़न दा काम करदे ने। ठीक है, संबंधक की सी? संबंध प्रगट करदा सी किहदा? नाम पड़नाम दा वाक दे बाकी हिस्सिਆਂ ਦੇ ਨਾਲ ਉਹ ਸੰਬੰਧਕ ਸੀ। योजक जस्ट जोड़दा है। ठीक है, मतलब अंग्रेजी ਦੇ ਵਿੱਚ ਕੰਜੰਕਸ਼ਨ ਕਹਿੰਦੇ ਜਿਹਨੂੰ ਆਪਾਂ, ਉਹ योजक है। ਪ੍ਰੈਪੋਜੀਸ਼ਨ ਸੰਬੰਧਕ ਹੁੰਦਾ ਹੈ। ठीक है, ਤਾਂ ਇਸ ਦੀਆਂ ਉਦਾਹਰਨਾਂ ਕੀ ਹੋ ਸਕਦੀਆਂ? ਅਤੇ ਸ਼ਬਦ, के शब्द, क्योंकि शब्द, सगों शब्द, पर शब्द। तो यह सब की होणगे जी योजक दीयां उदाहरणां ने। बाकी अगे जो किस्मां समझांगे तो सब चीज़ां तुहानूं क्लीयर हो जाणगीआं। तो देखो जी, आपां कारस के आधार पर योजक दीयां किस्मां समझदे हां। जदों आपां कारस के आधार पर गल करांगे योजक दीयां, पहली किस्म होएगी जी समान योजक। ठीक है, तो दूसरी किस्म होएगी अधीन योजक। ਤਾਂ ਸਮਾਨ ਯੋਜਕ ਤੇ ਅਧੀਨ ਯੋਜਕ ਨੂੰ ਆਪਾਂ ਹੁਣ ਵਿਸਥਾਰ ਦੇ ਵਿੱਚ ਸਮਝਦੇ ਹਾਂ ਵੀ ਸਮਾਨ ਯੋਜਕ ਹੈ ਕੀ। ਸਮਾਨ ਦਾ ਅਰਥ ਇੱਕੋ ਜਿਹੇ ਲੈ ਸਕਦੇ ਹਾਂ, ਮਤਲਬ ਕਿ ਬਰਾਬਰ। ਸਮਾਨ ਦਾ ਅਰਥ ਬਰਾਬਰ। ਠੀਕ ਹੈ, ਜਿਹੜਾ ਯੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ, ਉਸ ਨੂੰ ਸਮਾਨ ਯੋਜਕ ਆਖਦੇ ਹਨ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ। ठीक है, ਇਹ ਸੰਯੁਕਤ ਵਾਕਾਂ ਦੀ ਸਿਰਜਣਾ ਕਰਦੇ ਨੇ। ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਦਾ ਕਿ ਸਮਾਨ ਯੋਜਕ ਤੇ ਅਧੀਨ ਯੋਜਕ ਨੂੰ ਧਿਆਨ ਨਾਲ ਸਮਝ ਲਓ। ਅੱਗੇ ਜਦੋਂ ਆਪਾਂ ਵਾਕ ਦੀਆਂ ਕਿਸਮਾਂ ਕਰਾਂਗੇ ਨਾ, ਵਾਕ ਬੋਧ ਦੇ ਵਿੱਚ ਜਾ ਕੇ, ਉੱਥੇ ਤੁਹਾਨੂੰ ਮੈਂ ਜਸਟ ਇਹ ਗੱਲ ਕਹਿ ਦਾਂਗਾ ਵੀ ਜਿਸ ਦੇ ਵਿੱਚ ਸਮਾਨ ਯੋਜਕ ਆ ਗਿਆ ਉਹ ਸੰਯੁਕਤ ਵਾਕ ਹੈ, ਜਿਹਦੇ ਚ ਅਧੀਨ ਯੋਜਕ ਆ ਗਿਆ ਉਹ ਆਪਣੇ ਕੋਲ ਕਹਿ ਦਾਂਗੇ ਵੀ ਆਪਾਂ ਕਿ ਮਿਸ਼ਰਤ ਵਾਕ ਹੈ। ਜਸਟ ਆਪਾਂ ਇਹ ਗੱਲ ਕਹਿ ਦਾਂਗੇ। ਠੀਕ ਹੈ, ਤਾਂ ਉੱਥੇ ਡਾਇਰੈਕਟ ਇਹ ਚੀਜ਼ ਦੀ ਗੱਲ ਹੋਊਗੀ। ਤਾਂ ਇਸ ਕਰਕੇ ਇਹ ਚੀਜ਼ ਨੂੰ ਹੁਣ ਸਮਝੋ ਵੀ ਸਮਾਨ ਯੋਜਕ ਕੀ ਹੈਗਾ? ਜਿਹੜਾ ਇੱਕੋ ਜਿਹੇ ਸ਼ਬਦਾਂ ਨੂੰ, ਮਤਲਬ ਕਿ ਸਮਾਨ ਅਰਥ ਵਾਲੇ ਹੋਣ, ਸਮਾਨ ਸ਼ਬਦ ਸ਼੍ਰੇਣੀ ਦੇ ਹੋਣ, ਬਰਾਬਰ ਦੇ ਹੋਣ। ਠੀਕ ਹੈ, ਤਾਂ ਇੱਕੋ ਜਿਹੇ ਬਰਾਬਰ ਦੇ ਸਮਾਨ ਸ਼ਬਦਾਂ ਨੂੰ, ਵਾਕਾਂਸ਼ਾਂ ਨੂੰ ਜਾਂ ਵਾਕਾਂ ਨੂੰ ਜੋੜਦਾ ਹੈ, ਤਾਂ ਉਸ ਨੂੰ ਅਸੀਂ ਕੀ ਆਖਦੇ ਹਾਂ? ਸਮਾਨ ਯੋਜਕ ਆਖਦੇ ਹਾਂ। ਜਿਵੇਂ ਇਸ ਦੀ ਉਦਾਹਰਨ ਤੇ ਸ਼ਬਦ ਹੋ ਸਕਦੀ ਹੈ, ਅਤੇ ਸ਼ਬਦ ਹੋ ਸਕਦੇ, ਹੋਰ ਵੀ ਬਹੁਤ ਹੋ ਸਕਦੀਆਂ ਨੇ। ਠੀਕ ਹੈ, ਤਾਂ ਇਸ ਤੋਂ ਬਾਅਦ ਹੈ ਜੀ ਉਦਾਹਰਨ ਲਵਾਂਗੇ ਪਹਿਲੀ ਪੰਜਾਬ ਤੇ ਹਰਿਆਣਾ। ਇਹਦੇ ਵਿਚਕਾਰ ਤੇ ਸ਼ਬਦ ਹੈ। ਠੀਕ ਹੈ, ਹੁਣ ਪੰਜਾਬ ਕੀ ਸੀ? ਸਟੇਟ ਸੀ, ਇੱਕ ਰਾਜ ਦਾ ਨਾਂ ਹੈ। ਹਰਿਆਣਾ ਕੀ ਜੀ? ਇੱਕ ਰਾਜ ਦਾ ਨਾਂ ਹੈ। ਤਾਂ ਪੰਜਾਬ ਤੇ ਹਰਿਆਣਾ ਦੋਨੇ ਕੀ ਹੋ ਗਏ? ਸਮਾਨ ਸ਼ਬਦ ਹੋ ਗਏ ਨਾ, ਦੋਨੇ ਰਾਜਾਂ ਦੇ ਨਾਂ ਨੇ। ਤਾਂ ਉਹਨਾਂ ਨੂੰ ਕੀ ਕੀਤਾ? ਜੋੜਿਆ ਹੈ। ਕਿਹਨੇ ਜੋੜਿਆ ਭਲਾ? ਅਤੇ ਤੇ ਸ਼ਬਦ ਨੇ ਜੋੜਿਆ। ਕਿਹਨੇ ਜੋੜਿਆ? ਤੇ ਸ਼ਬਦ ਨੇ। ਤਾਂ ਤੇ ਸ਼ਬਦ ਕੀ ਹੋ ਗਿਆ ਜੀ ਆਪਣੇ ਕੋਲ? ਇੱਥੇ ਸਮਾਨ ਯੋਜਕ ਹੋ ਗਿਆ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ, ਅਤੇ ਵੀ ਆ ਸਕਦਾ, ਇਸ ਕੋਈ ਦਿੱਕਤ ਨਹੀਂ। ਪੰਜਾਬ ਤੇ ਹਰਿਆਣਾ ਤੇ ਸ਼ਬਦ ਵੀ ਆ ਸਕਦਾ ਹੈ। ਤਾਂ ਇਸ ਤਰ੍ਹਾਂ ਹੀ ਕੀ ਨਹੀਂ ਜੀ ਆਪਣੇ ਕੋਲ ਇੱਥੇ ਸਮਾਨ ਯੋਜਕ ਨੇ। ਟੈਨਸ਼ਨ ਨਾ ਲਓ, ਜਸਟ ਮੈਂ ਤੁਹਾਨੂੰ ਇੱਕੋ ਉਦਾਹਰਨ ਦੇ ਵਿੱਚ ਸਾਰੀ ਚੀਜ਼ਾਂ ਕਵਰ ਕਰਤੀਆਂ। ਹੁਣ ਜਿਵੇਂ ਕਹਿਤਾ ਵੀ ਰਾਮ ਅਤੇ ਸ਼ਾਮ ਪੱਕੇ ਦੋਸਤ ਹਨ। ਰਾਮ ਕੀ ਹੈ? ਨਾਮ ਹੈ। ਸ਼ਾਮ ਕੀ ਹੈ? ਨਾਮ ਹੈ। ਹੁਣ ਰਾਮ ਤੇ ਸ਼ਾਮ ਦੋਨੇ ਬਰਾਬਰ ਦੇ ਸ਼ਬਦ ਸੀ, ਦੋਨਾਂ ਨੂੰ ਜੋੜਤਾ ਅਤੇ ਸ਼ਬਦ ਨੇ, ਤਾਂ ਤੇ ਕੀ ਹੋਗਾ? ਇੱਥੇ ਸਮਾਨ ਯੋਜਕ ਹੋ ਗਿਆ। ਠੀਕ ਹੈ, ਤਾਂ ਇੱਕੋ ਜਿਹੇ ਸਮਾਨ ਸ਼ਬਦਾਂ ਨੂੰ ਜੋੜੂਗਾ ਤਾਂ ਕੀ ਹੋਊਗਾ? ਸਮਾਨ ਯੋਜਕ ਹੋਊਗਾ। ਇਸ ਤੋਂ ਬਾਅਦ ਦੂਸਰੀ ਕਿਸਮ ਹੈ ਜੀ, ਜਿਹੜੇ ਸ਼ਬਦ ਇੱਕ ਪ੍ਰਧਾਨ ਉਪਵਾਕ ਨੂੰ ਅਧੀਨ ਉਪਵਾਕ ਨਾਲ ਜੋੜਦੇ ਨੇ। ਪ੍ਰਧਾਨ ਦਾ ਅਰਥ ਹੋਗਾ ਸੁਤੰਤਰ ਉਪਵਾਕ ਹੈ। ਜਿਹੜਾ ਸੁਤੰਤਰ ਦਾ ਅਰਥ ਕੀ ਹੋਗਾ? ਵੀ ਜਿਹੜੇ ਦਾ ਆਪਣਾ ਇੱਕ ਅਰਥ ਹੈ, ਆਪਣਾ ਇੱਕ ਅਰਥ ਹੈ ਜਿਹੜੇ ਉਪਵਾਕ ਦਾ, ਉਸ ਉਪਵਾਕ ਨੂੰ ਕੀ ਕਰਨਗੇ? ਦੂਸਰੇ ਦੇ ਨਾਲ ਜੋੜਨਗੇ ਜਿਹੜੇ ਦਾ ਅਰਥ ਨਹੀਂ ਹੈਗਾ। ਜਾਂ ਫਿਰ ਇੱਥੇ ਕੀ ਹੁੰਦਾ, ਕਈ ਵਾਰ ਸਮਝਣ ਦੀ ਕੋਸ਼ਿਸ਼ ਕਰੋ, ਇਦਾਂ ਵੀ ਹੁੰਦਾ ਵੀ ਇੱਕ ਪ੍ਰਧਾਨ ਉਪਵਾਕ ਹੈ, ਬਾਕੀ ਨੇ ਜਿਹੜੇ ਉਹ ਸਾਰੇ ਅਧੀਨ ਨੇ। ਜਾਂ ਇਦਾਂ ਹੁੰਦਾ ਵੀ ਦੋ ਸ਼ਬਦ ਨੇ, ਦੋ ਵਾਕ ਨੇ, ਉਹ ਕੀ ਹੋਣਗੇ ਜੀ ਆਪਸ ਵਿੱਚ ਆਪਾਂ ਨੂੰ ਲੱਗਦੇ ਕੀ ਨੇ? ਵੀ ਦੋਨੇ ਅਧੀਨ ਨੇ।
पर उन्हां चों एक घट अधीन होगा, एक वध अधीन होगा। जिहड़ा घट अधीन है उन्होंने ਆਪਾਂ ਸੁਤੰਤਰ ਦੇ रूप 'ਚ गिन ਲਾਂਗੇ, ਤਾਂ ਉੱਥੇ ਆਪਾਂ ईजिली सिलेक्ट कर पावांगे भी वो की अधीन योजक है। ठीक है, तो अधीन का मतलब इदा समझ लो, मैं तुहानूं सिंपल गल दसां। हुण जिवें ये सड़क सी, एक ये सड़क सी, जिहदा समान योजक सी बस विचाले टुकड़ा जी लाना सी आपां ने एक, ते अपनी गड्डी इधरों चलदी चलदी अपनी गड्डी डायरैक्ट अगे लंघ गई। ठीक है, ये समझ लो इदां। पर जिहड़ा इत्थे होगा जी अपने कोल अधीन योजक, वो की होगा इदां भी यह एक रोडवे चलदा सी इदां। ठीक है, ते एक रोडवे इदां सी, थोड़ा जिहा उच्चा है, अलग दा है, तो उत्थे आपां नूं गड्डी टपाउण लई की करना पिया, इदां दा मोड़ लगाना पिया, ऐ मोड़। तो अपनी गड्डी किवें जाऊगी, ऐ जांदी जांदी इत्थे थोड़े जी उपर उठ के फिर ऐ जाऊगी, मतलब सीधी नहीं चलदी रोडवेज वांगू, एवें सीधी नहीं जांदी वाटां वड्डदी। ठीक है, थोड़ा जिहा मतलब उत्थे उलझन पैंदी है, तां मतलब की आऊँ है क्योंकि एक की है उत्थे अलग अलग नहीं, एक की है उत्थे मतलब कि आप कह सकते हैं शब्द जिहड़ा वाक है अधीन है, एक सुतंत्र है, वो दोनों सुतंत्र होणगे। ठीक है, तो जस्ट ये शब्दां नूं याद कर लो। ठीक है, इनफ है ये चीज़ कि अधीन योजक दे आऊगा के शब्द, जो शब्द जिहड़ा जिवें, जदों, जे, क्योंकि, तां, तदे ही, तां के, तां जो, फिर भी, ये सब शब्द की ने जी अधीन योजक ने। डायरैक्ट शब्द याद कर लो तां भी बेड़ा पार हो जाऊगा। ठीक है, तो इस तरीके नाल ये की करनगे जी मिश्रित वाकां की सिरजना करनगे। इस चीज़ नूं भी तुसीं ध्यान विच रखो। आपां ने की कर लिया, कारज के आधार पर योजक दीआं दो किस्मां समझ लईआं। हुण आपां समझदे हां कि बनतर के आधार पर भी योजक दीआं किस्मां ने, कुछ किन्नियां ने, तिन्न ने। ठीक है, तिन्न किहड़े ने, एक तां हो गए इकहरे योजक। इकहरे योजक मतलब एक शब्द जिहदा बनिया होऊगा, सिंपल जी गल है, ਜਿਹੜਾ योजक एक ही शब्द का बनया होया उसनूं इकहरा योजक कहा जाता है। जिवें ते, अते, पर, के, जां शब्द, भावें शब्द, ये सब की ने इकहरे योजक ने। ठीक है जी, इस तो बाद आपां गल करदे हां संयुक्त योजक। संयुक्त योजक का अर्थ कि दो या दो तो वध शब्द मिलके जिहड़ा योजक बनदा उहनूं आपां संयुक्त आखदे। संयुक्त का अर्थ कंबाइन होया होया ना, मिक्स होया होया। ठीक है, तो इसलिए इस करके देखो हुण इत्थे की सी, इस शब्द अलग है, लई शब्द अलग है, दो शब्दां तो एक योजक बने है ना। इस शब्द इस करके, तां के, तां जो, तदे, तां, क्योंकि, तां यही की हो जाएंगे अपने कोल इत्थे संयुक्त मिश्रित संयुक्त योजक हो जाएंगे। ठीक है जी, तो इस तरीके नाल ये संयुक्त योजक ने, इन्हां नूं समझना तुसीं ने हुंदा है। इकहरे दे विच इकहरे शब्द का होगा, सिंगल शब्द का होगा, संयुक्त दे विच दो या उस तो वध शब्दां दा हो जाऊगा। ठीक है, सिंपल जी गल है। इस तो बाद तीसरी किस्म समझो सह संबंधकी या टुटमें योजक। सह संबंधकी का अर्थ की भी संबंधक वाली फॉर्म वरतांगे थोड़ी जी। ठीक है, टुटमें योजक मतलब कि योजक होगा दो शब्दों का, पर वो टुटमें रूप च आ रहा होगा। टुटमें रूप च किवें आ गया, जिवें देखो इत्थे है भावें मींह, भावें जोर दा मींह पै रहा है, वो फिर भी नाल इत्थे भावें शब्द आ गया, मतलब कि टुटमें रूप में आया योजक, दोनों योजक ने। ठीक है, तो इस तरीके नाल वो टुटमें रूप च आया है, तो इन्हूं टुटमें योजक आपां कहांगे। ठीक है जी, तो सह संबंधकी योजक टुटमें रूप में वरते जाते हैं। तो किने जी इसदियां उदाहरणां ने, इन्हां नूं तुसीं ध्यान विच रखिओ। तो इस तरीके नाल इसदियां आपां ने तिन्न किस्मां सी, बनतर दे आधार ते ये भी समझ लईआं, ते कारज के आधार ते दो किस्मां सी वो भी समझ लईआं। सिंपल जिहा टॉपिक है। ठीक है, तो इस तो बाद आपां अगली शब्द श्रेणी समझते हैं जी। अगली शब्द श्रेणी अपने कोल है जी बिस्मिक। तो जिहड़ी बिस्मिक शब्द श्रेणी है बड़ी सिंपल है तो इंटरस्टिंग बड़ी है। ये मतलब आप आम जिंदगी में इसका यूज करते हैं, तां ही ये इंटरस्टिंग है। मतलब कि कई बार आप खुश होंगे, आप खुशी च अजिहे शब्द कह दिंदे भी वो आप मुहारे मूहों निकल आते हैं खुशी च। ठीक है, कई बार आप दुखी होंगे, अपने कोई सट लगे, हाई शब्द मल्लो मल्ली मूहों निकल आता है। तो यह किने खुशी च, गमी च, हैरानी च अपने मूहों कुछ शब्द निकले, उन्होंने अपने बिस्मिक का नाम देता। ठीक है, बिस्मिक का अर्थ कि बिस्मे का भाव प्रगट होंदा उत्थे। ठीक है, तो बिस्मिक शब्द बोलने वाले की भावनात्मक मनोस्थिति नूं भाषाई पद्धर उत्ते साकार करते हैं। असीं इंज भी कह सकते हैं कि खुशी, गमी मतलब सुख दुख है ना, तो हैरानी, भै, कई बार आप डर के कोई गल कह दिंदे है ना, तो भी हाए ये हो जूगा, प्रशंसा की फॉर्म च कह रहे हैं आप भी बल्ले कमाल करती दिंदा।
ਤਾਂ ਇਦਾਂ ਮਤਲਬ ਆਪਾਂ ਅਲੱਗ-ਅਲੱਗ ਭਾਵਨਾਵਾਂ ਪੇਸ਼ ਕਰਦੇ ਹਾਂ। ਤਾਂ ਭਾਵਾਂ ਦੇ ਪ੍ਰਗਟਾਵੇ ਲਈ ਸੁਭਾਵਿਕ ਮੂੰਹੋਂ ਨਿਕਲਿਆ ਸ਼ਬਦ ਕੀ ਹੈ? ਬਿਸਮਿਕ ਹੈ। ਠੀਕ ਹੈ, ਸਿੰਪਲ ਜੀ ਗੱਲ ਹੈ। ਤਾਂ ਇਸ ਦੇ ਪਿੱਛੇ ਇੱਕ ਇਹ ਚਿੰਨ੍ਹ ਲਗਾਇਆ ਜਾਂਦਾ ਜਿਹਨੂੰ ਆਪਾਂ ਬਿਸਮਿਕ ਚਿੰਨ੍ਹ ਆਖਦੇ ਹਾਂ। ਇਹ ਚੀਜ਼ ਨੂੰ ਧਿਆਨ 'ਚ ਰੱਖੋ। ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਬਿਸਮਿਕ ਚਿੰਨ੍ਹ ਅਲੱਗ ਚੀਜ਼ ਹੈ, ਵਿਸ਼ਰਾਮ ਚਿੰਨ੍ਹ ਅਲੱਗ ਚੀਜ਼ ਹੈ। ਵੈਸੇ ਤਾਂ ਤੁਸੀਂ ਮਤਲਬ ਟੀਚਰ ਹੋ ਹੈ ਨਾ, ਟੀਚਰ ਬਣਨ ਜਾ ਰਹੇ ਹੋ, ਗੌਰਮੈਂਟ ਟੀਚਰ, ਤੁਹਾਨੂੰ ਇਹ ਚੀਜ਼ ਸਿੰਪਲ ਜੀ ਕਲੀਅਰ ਹੋਏਗੀ। ਬਹੁਤੇ ਕਈ ਵਾਰ ਉੱਥੇ ਕੀ ਪਾਉਂਦੇ ਨੇ, ਮਤਲਬ ਕਿ ਇੱਦਾਂ ਪਾ ਦਿੰਦੇ ਨੇ ਸਵਾਲ ਵੀ ਬਿਸਮਿਕ ਚਿੰਨ੍ਹ ਚੁਣੋ, ਉਹਦੇ 'ਚ ਡੰਡੀ ਵੀ ਲਿਖਿਆ ਹੁੰਦਾ, ਆਪਸ਼ਨ ਦੇ ਵਿੱਚ ਡੰਡੀ, ਠੀਕ ਹੈ, ਪ੍ਰਸ਼ਨਿਕ ਚਿੰਨ੍ਹ ਵੀ ਲਿਖਿਆ ਹੁੰਦਾ ਤੇ ਕਈ ਵਾਰ ਉਪਰੋਕਤ ਸਾਰੇ ਵਾਲੇ ਆਪਸ਼ਨ ਪਾ ਦਿੰਦੇ ਨੇ ਕਿ ਬਿਸਮਿਕ ਚਿੰਨ੍ਹ ਪਾ ਕੇ ਤੀਸਰੇ ਆਪਸ਼ਨ, ਚੌਥੇ ਆਪਸ਼ਨ ਪਾ ਦਿੰਦੇ ਨੇ ਉਪਰੋਕਤ ਸਾਰੇ। ਵਾਲੇ ਉਹਦਾ ਕੀ ਦੇਖਦੇ, ਉਹ ਦੇਖਦੇ ਨਹੀਂ ਵੀ ਬਿਸਮਿਕ ਪੁੱਛਿਆ ਕਿ ਵਿਸ਼ਰਾਮ ਚਿੰਨ੍ਹ ਪੁੱਛਿਆ। ਉਹ ਕੀ ਕਰਦੇ ਨੇ, ਜਸਟ ਦੇਖਦੇ ਨੇ ਵੀ ਡੰਡੀ ਵਿਸ਼ਰਾਮ ਚਿੰਨ੍ਹ, ਇਹ ਵਿਸ਼ਰਾਮ, ਸਾਰੇ ਵਿਸ਼ਰਾਮ ਚਿੰਨ੍ਹ ਨੇ, ਉਪਰੋਕਤ ਸਾਰੇ ਵਾਲੇ ਆਪਸ਼ਨ ਲਗਾ ਦਿਓ, ਇੱਦਾਂ ਮਾਰ ਖਾਂਦੇ ਨੇ। ਬਿਸਮਿਕ ਕੀ ਹੈ? ਜਸਟ ਇੱਕ ਵਿਸ਼ਰਾਮ ਚਿੰਨ੍ਹ ਦਾ ਹਿੱਸਾ ਹੈ ਬਿਸਮਿਕ ਚਿੰਨ੍ਹ। ਜਿਹੜਾ ਬਿਸਮਿਕ ਕੀ ਹੈ? ਜਿਹੜਾ ਬਿਸਮੇ ਦਾ ਭਾਵ ਪ੍ਰਗਟ ਕਰਦਾ ਹੈ, ਇਹ ਚਿੰਨ੍ਹ ਨੂੰ ਆਪਾਂ ਬਿਸਮਿਕ ਚਿੰਨ੍ਹ ਆਖਦੇ ਹਾਂ। ਵਿਸ਼ਰਾਮ ਚਿੰਨ੍ਹ ਦੇ ਵਿੱਚ ਸਾਰੇ ਵਿਸ਼ਰਾਮ ਚਿੰਨ੍ਹ ਆ ਗਏ, ਡੰਡੀ, ਪ੍ਰਸ਼ਨਿਕ ਚਿੰਨ੍ਹ, ਕੌਮਾ, ਬਿੰਦੀ, ਸਵਾ ਆਉਣਗੇ, ਉਹ ਆਪਾਂ ਅੱਗੇ ਟੌਪਿਕ 'ਚ ਪੜਾਂਗੇ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਕੀ ਹੋ ਗਏ, ਬਿਸਮਿਕ ਦੀ ਡੈਫੀਨੇਸ਼ਨ ਹੋ ਗਈ। ਹੁਣ ਬਿਸਮਿਕ ਦੀਆਂ ਕੁਝ ਉਦਾਹਰਨਾਂ ਸਮਝਦੇ ਹਾਂ ਆਪਾਂ। ਤੇ ਇੱਕ ਗੱਲ ਹੋਰ ਵੀ ਹੈ, ਕਈ ਵਾਰ ਸ਼ਬਦ ਇੱਕ ਹੁੰਦਾ ਹੈ ਪਰ ਉਸ ਨੂੰ ਕਹਿਣ ਦਾ ਢੰਗ, ਬੋਲਣ ਦਾ ਢੰਗ, ਪੇਸ਼ ਕਰਨ ਦਾ ਢੰਗ ਅਲੱਗ ਹੁੰਦਾ ਤੇ ਉਸ ਦਾ ਅਰਥ ਹੀ ਬਦਲ ਜਾਂਦਾ ਹੈ। ਜਿਵੇਂ ਕਿ ਇੱਥੇ ਦੇਖੋ, ਪਹਿਲੀ ਲਾਈਨ ਦੇ ਵਿੱਚ ਕੀ ਕਿਹਾ ਜਾ ਰਿਹਾ ਹੈ? ਹਾਈ ਨਵਾਂ ਪ੍ਰਿੰਟ ਮੁੜ ਮੁੜ ਵੇਖਣ ਨੂੰ ਜੀ ਕਰਦਾ ਹੈ। ਕੁੜੀਆਂ ਹਨ ਇੱਕ ਦੂਜੇ ਦੇ ਸੂਟਾਂ ਤੇ ਮਰ ਜਾਂਦੀਆਂ ਨੇ ਵੀ ਹਾਈ ਨਵਾਂ ਪ੍ਰਿੰਟ ਹੈ, ਵੀ ਮੁੜ ਮੁੜ ਵੇਖਣ ਨੂੰ ਜੀ ਕਰਦਾ, ਮਤਲਬ ਖੁਸ਼ੀ ਦੀ, ਹੈਰਾਨੀ ਦੇ ਭਾਵ ਪ੍ਰਗਟ ਹੋਏ ਨੇ ਇੱਥੇ। ਠੀਕ ਹੈ, ਤੇ ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਕਿ ਹਾਈ ਮੈਂ ਮਰ ਜਾ, ਅੱਜ ਤਾਂ ਮੇਰਾ ਚੰਨ ਵੀਰ ਆਇਆ ਹੈ। ਇੱਥੇ ਵੀ ਮਤਲਬ ਭੈਣ ਜਿਹੜੀ ਉਹ ਖੁਸ਼ੀ ਦੇ ਭਾਵ ਪ੍ਰਗਟ ਕਰ ਰਹੀ ਹੈ, ਹਨਾ। ਤੇ ਕਈ ਵਾਰ ਆਪਾਂ ਇਦਾਂ ਕਹਿ ਦਿੰਦੇ ਹਾਂ, ਮੈਂ ਤੁਹਾਨੂੰ ਇੱਕ ਹੋਰ ਵਾਕ ਦੱਸਦਾ। ਆਪਾਂ ਨੇ ਕਹਿਤਾ ਹਾਏ, ਮਤਲਬ ਕਈ ਵਾਰ ਆਪਾਂ ਨੂੰ ਦੁੱਖ ਲੱਗਿਆ, ਕੋਈ ਸੱਟ ਲੱਗੀ ਵੀ ਹਾਏ, ਕਈ ਵਾਰ ਆਪਾਂ ਕਹਿੰਦੇ ਹਾਏ ਮਾਰਤੀ, ਤਾਂ ਇਦਾਂ ਮਤਲਬ ਇਸ ਦਾ ਇੱਕ ਨੈਗੇਟਿਵ ਪ੍ਰਭਾਵ ਵੀ ਹੋ ਸਕਦਾ ਸੀ। ਠੀਕ ਹੈ, ਜਿਵੇਂ ਅੱਗੇ ਅਗਲੇ ਉਦਾਹਰਨ 'ਚ ਕਲੀਅਰ ਹੋਊਗਾ ਤੁਹਾਨੂੰ। ਬੱਲੇ ਤੂੰ ਕੰਮ ਮੁਕਾ ਵੀ ਲਿਆ, ਮਤਲਬ ਹੈਰਾਨ ਹੋ ਰਹੇ ਆਪਾਂ ਇੱਥੇ, ਹਨਾ। ਤੇ ਇੱਥੇ ਆਪਾਂ ਫਿਟਕਾਰ ਪਾ ਰਹੇ ਹਾਂ, ਬੱਲੇ ਤੂੰ ਤਾਂ ਮੇਰੀ ਕਮੀਜ਼ ਹੀ ਖਰਾਬ ਕਰ ਦਿੱਤੀ ਸੀ, ਜਾਂ ਆਪਾਂ ਕਹਿੰਦੇ ਨੇ ਬੱਲੇ ਤੂੰ ਤਾਂ ਮੇਰੀ ਕਮੀਜ਼ ਹੀ ਖਰਾਬ ਕਰਤੀ। ਮਤਲਬ ਕਿ ਉੱਥੇ ਕਈ ਵਾਰ ਤਾਂ ਆਪਾਂ ਫਿਟਕਾਰ ਪਾ ਰਹੇ ਹਾਂ, ਅਗਲੇ ਨੂੰ ਮਤਲਬ ਕਿ ਝਿੜਕ ਰਹੇ ਹਾਂ, ਮਾੜਾ ਕਹਿ ਰਹੇ ਵੀ ਤੂੰ ਤਾਂ ਮੇਰੀ ਕਮੀਜ਼ ਹੀ ਖਰਾਬ ਕਰ ਦਿੱਤੀ ਹੈ। ਤਾਂ ਇੱਥੇ ਆਪਾਂ ਕਹਿ ਰਹੇ ਵੀ ਬੱਲੇ ਤੂੰ ਕੰਮ ਮੁਕਾ ਲਿਆ, ਹਨਾ। ਤਾਂ ਕਈ ਵਾਰ ਆਪਾਂ ਸਾਹਮਣੇ ਵਾਲੇ ਨੂੰ ਕੀ ਕਰਦੇ ਹਾਂ, ਮਤਲਬ ਕਿ ਹੌਸਲਾ ਦੇਣ ਲਈ ਕਹਿੰਦੇ ਵੀ ਬੱਲੇ ਬੱਲੇ ਖਿੱਚ ਦੋ ਕੰਮ, ਬੱਲੇ ਬੱਲੇ ਕਰਾਤੀ, ਇਦਾਂ ਕਹਿੰਦੇ ਨੇ ਆਪਾਂ, ਬੱਲੇ ਬੱਲੇ ਕਰਾਤੀ, ਵੀ ਖੁਸ਼ੀ ਦੇ ਭਾਵ ਪ੍ਰਗਟ ਨੇ। ਤਾਂ ਇਸ ਤਰ੍ਹਾਂ ਸ਼ਬਦ ਇੱਕ ਹੋ ਸਕਦਾ ਹੈ, ਫੀਲਿੰਗਾਂ ਅਲੱਗ-ਅਲੱਗ ਕਈ ਵਾਰ ਹੋ ਸਕਦੀਆਂ ਨੇ। ਠੀਕ ਹੈ ਜੀ, ਤਾਂ ਇਸ ਤੋਂ ਬਾਅਦ ਆਪਾਂ ਨੈਕਸਟ ਸਮਝਦੇ ਹਾਂ ਇਸ ਦੀਆਂ ਕਿਸਮਾਂ। ਇਸ ਦੀਆਂ ਕਿਸਮਾਂ ਤੇ ਫਿਰ ਸਟਾਰ ਲੱਗੇ, ਜਿੱਥੇ ਸਟਾਰ ਲੱਗਿਆ ਹੋਵੇ ਇਹਦਾ ਮਤਲਬ ਕੀ ਹੈ, ਮਤਭੇਦ ਹੈ। ਬਿਸਮਿਕ ਦੀਆਂ ਕਿਸਮਾਂ ਬਹੁਤੀਆਂ ਥਾਵਾਂ ਤੁਹਾਨੂੰ ਕੀ ਲਿਖਿਆ ਮਿਲੇਗਾ, ਵੀ ਇਸ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕੀ ਨੇ ਜੀ, ਆਪਣੇ ਕੋਲ ਕਹਿ ਸਕਦੇ ਹਾਂ ਕਿ 9 ਨੇ। ਬਹੁਤੀਆਂ ਥਾਵਾਂ ਤੁਹਾਨੂੰ ਲਿਖਿਆ ਮਿਲੇਗਾ ਇਸ ਦੀਆਂ ਕਿਸਮਾਂ 10 ਨੇ, ਪਰ ਆਪਾਂ 9 ਵਾਲੀ ਆਪਸ਼ਨ ਨੂੰ ਹੀ ਸਹੀ ਮੰਨਣਾ ਹੈਗਾ। ਠੀਕ ਹੈ, ਤੇ 9 ਕਿਸਮਾਂ ਦੀ ਹੀ ਡੈਫੀਨੇਸ਼ਨ ਮੈਂ ਤੁਹਾਨੂੰ ਅੱਜ ਕਰਵਾ ਕੇ ਜਾਵਾਂਗਾ। ਠੀਕ ਹੈ, ਤਾਂ ਦੇਖੋ 9 ਪਹਿਲੀ ਜੋ ਕਿਸਮ ਹੈ ਜੀ, ਪ੍ਰਸ਼ੰਸਾਵਾਚਕ। ਪ੍ਰਸ਼ੰਸਾਵਾਚਕ ਸਿੰਪਲ ਜੀ ਗੱਲ ਹੈ, ਪ੍ਰਸ਼ੰਸਾ ਦਾ ਅਰਥ ਹੋ ਗਿਆ ਵਡਿਆਈ, ਉਸਤਤ ਕਰਨੀ, ਵਡਿਆਈ ਕਰਨੀ। ਹੁਣ ਕਈ ਵਾਰ ਆਪਾਂ ਸਾਹਮਣੇ ਵਾਲੇ ਦੀ ਵਡਿਆਈ ਕਰਨ ਦੇ ਲਈ ਆਪਾਂ ਕੀ ਸ਼ਬਦ ਵਰਤਦੇ ਹਾਂ, ਕਹਿ ਦਿੰਦੇ ਹਾਂ ਵਾਹ, ਵਾਹ ਸ਼ਬਦ ਵੀ ਵਾਹ ਵਾਹ। ਠੀਕ ਹੈ, ਬੱਲੇ ਸ਼ਬਦ ਵਰਤਦੇ ਹਾਂ, ਧੰਨ ਸ਼ਬਦ ਵਰਤਦੇ ਹਾਂ, ਅਸ਼ਕੇ, ਸ਼ਾਬਾਸ਼, ਬੱਲੇ ਬੱਲੇ, ਬਲਿਹਾਰੇ, ਸਦਕੇ, ਜਾਂ ਕਹਿ ਦਿੰਦੇ ਸਦਕੇ ਜਾਵਾਂ, ਕਿਆ ਬਾਤ ਹੈ, ਇਹ ਸਰੀ ਲਾਤਾ ਦੇਣਾ। ਇਦਾਂ ਮਤਲਬ ਆਪਾਂ ਕੁਝ ਪ੍ਰਸ਼ੰਸਾਵਾਚਕ ਬਿਸਮਿਕ ਵਰਤਦੇ ਹਾਂ। ਇਸ ਤੋਂ ਬਾਅਦ ਹੈ ਜੀ ਹੈਰਾਨੀਵਾਚਕ। ਹੈਰਾਨੀਵਾਚਕ ਦੇ ਵਿੱਚ ਮਤਲਬ ਆਪਾਂ ਨੂੰ ਅਚਨਚੇਤ ਕੋਈ ਝਟਕਾ ਲੱਗਿਆ, ਵੀ ਆਪਾਂ ਨੂੰ ਚੀਜ਼ ਦੀ ਉਮੀਦ ਨਹੀਂ ਸੀ, ਉਮੀਦ ਤੋਂ ਚੀਜ਼ ਵੱਧ ਹੈ, ਤਾਂ ਆਪਾਂ ਉੱਥੇ ਹੈਰਾਨੀ ਪ੍ਰਗਟ ਕਰਦੇ ਹਾਂ। ਕਈ ਵਾਰ ਉਮੀਦ ਤੋਂ ਘੱਟ ਹੈ ਤਾਂ ਵੀ ਹੈਰਾਨੀ ਪ੍ਰਗਟ ਕਰਦੇ ਹਾਂ। ਠੀਕ ਹੈ, ਤਾਂ ਮਤਲਬ ਇੱਕਦਮ ਆਪਾਂ ਨੂੰ ਐਸਚਰਜ ਹੋਇਆ, ਬਿਸਮੇ ਦਾ ਭਾਵ ਪ੍ਰਗਟ ਹੋਇਆ। ਠੀਕ ਹੈ, ਜਿਵੇਂ ਕਿ ਆਪਾਂ ਕਹਿੰਦੇ ਵੀ ਹੈ ਇਹ ਕੰਮ ਹੋ ਗਿਆ, ਹੈ। ਠੀਕ ਹੈ, ਇਦਾਂ ਹਲਾ ਬਈ ਵਾਹ, ਇਦਾਂ ਮਤਲਬ ਆਪਾਂ ਹੈਰਾਨੀ 'ਚ ਕਹਿੰਦੇ ਇਹ ਗੱਲਾਂ। ਠੀਕ ਹੈ, ਨੈਕਸਟ ਹੋ ਸਕਦਾ ਈਰਸ਼ਾ। ਈਰਸ਼ਾ ਪ੍ਰਗਟ ਕਰਦੇ ਹਾਂ ਆਪਾਂ ਕਈ ਵਾਰ, ਵੀ ਜੇ ਕਿਤੇ ਮੈਂ ਪ੍ਰਧਾਨ ਮੰਤਰੀ ਹੁੰਦਾ ਮੈਂ ਇਹ ਕਰ ਦਿੰਦਾ, ਹਾਏ ਜੇ ਮੇਰਾ ਇਹ ਪੇਪਰ ਪਾਸ ਹੋ ਜੇ ਇਹ ਹੋ ਜਾਊਗਾ, ਹਨਾ, ਹਾਏ ਮੈਨੂੰ ਇਹ ਚੀਜ਼ ਮਿਲ ਜੇ ਮੈਂ ਇਹਨੂੰ ਇਹ ਹੋ ਜਾਊਗਾ। ਮਤਲਬ ਆਪਾਂ ਈਰਸ਼ਾ ਪ੍ਰਗਟ ਕਰਦੇ ਹਾਂ ਵੀ ਹੇ ਰੱਬਾ ਇਸ ਵਾਰ ਤਾਂ ਪੇਪਰ ਪਾਸ ਕਰਵਾ ਦੇ, ਈਰਸ਼ਾ ਹੈ ਆਪਣੀ ਉੱਥੇ। ਕਾਸ਼ ਮੈਂ ਇਹ ਹੁੰਦਾ, ਕਾਸ਼ ਮੇਰੇ ਕੋਲ ਇਹ ਚੀਜ਼ ਹੁੰਦੀ। ਤਾਂ ਇਦਾਂ ਦੇ ਆਪਾਂ ਸ਼ਬਦ ਵਰਤਦੇ ਹਾਂ। ਠੀਕ ਹੈ, ਤਾਂ ਇਹ ਸਭ ਕੀ ਨੇ ਜੀ, ਈਰਸ਼ਾਵਾਚਕ ਬਿਸਮਿਕ ਨੇ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚ ਈਰਸ਼ਾ ਪ੍ਰਗਟ ਕੀਤੀ ਜਾ ਰਹੀ ਹੈ।
शोकवाचक, शोक का अर्थ हो गया कि सोग प्रगट करना, समझ रहे हो, मतलब कि सोग प्रगट करना। कई बार आप दुख के भाव च हुन्ने आ, कई बार आप अफसोस कर रहे हुन्ने आ, तो आप की शब्द वरतते हैं हाई, ठीक है, अफसोस। हुण इहदा कुछ नहीं बन सकता, आप इदां कहने। कई बार अपन दुख लगता है, एकदम कोई दुख फील होया, आप कहते उई इदां है ना, क्या नहीं करते भी डॉक्टर ने लाई सुई, तोता करता उई उई, उई है यही, ठीक है। तो इस तरह तुसीं इहनूं याद रखियो। नैक्सट आप गल करते हैं जी, पंजवीं किस्म है संबोधकी। संबोधकी का मतलब संबोधनी कह लो, संबोधकी थां ते संबोधनी शब्द बेस्ट रहेगा, इत्थे ना पा लो संबोधनी, ठीक है। संबोधनी का अर्थ भी आप किसी को संबोधन करते हुए कुछ भाव प्रगट करते हैं। आप कहते हैं नी इत्थे आ, या कह दें ओए इत्थे आ, ओए शब्द वरतते हैं, बीबा शब्द वरतते हैं, अड़िया शब्द वरतते हैं, है ना। तो अड़िया इदां कर, कुड़े इदां कर, है ना। कई बार इदां दे शब्द वरतते हैं। कई बार आप कहते भी मुंडिओ, मुंडिओ इधर आओ, कुड़िओ इधर आओ, इदां इदां दे शब्द वरतते हैं, है ना। कुड़े हे इदां कर, ओए इदां कर, इदां, मतलब ये सब शब्दों की आप वरतों करते हैं, ठीक है। ये संबोधनी विस्मिक ने, ठीक है। संबोधन करते हुए किसी ने कोई गल कहते हुए इन्होंने शब्दों की वरतों करते हैं, ठीक है जी। इस तो बाद नैक्सट गल है जी अपनी छेवीं किस्म है सत्कारवाचक। ये आप रिस्पैक्ट दे रहे हैं, मतलब कि सामने वाले रिस्पैक्ट देने के लिए आप की करते भी आओ जी, जी आया नू, आओ जी, बैठो जी, धन भाग जी तुसीं आए, है ना, शुक्रिया जी, इदां दे शब्द आप वरतते हैं, ठीक है। तो आइए, जी आया नू, आओ जी, धन भाग जी, बैठो जी, इदां आप शब्द वरतते हैं। तो यह सब की हो गई जी अपने कोल सत्कारवाचक विस्मिक हो गई। सतवीं किस्म है जी फिटकारवाचक। फिटकारवाचक की कहते हैं आप सामने लानत पाने आ, आप कहते हैं दुर फिटे मूँह तेरा, पट्ठा बह जे तेरा, तेरा कख ना रहे, आप फिटकार पा रहे हैं, तेरा बेड़ा बह जे, तेरा बेड़ा गर्क हो जे, लख लानत है तेरे दे। तो इदां दे शब्द आप वरतते हैं, ठीक है। ये आम अपनी जिंदगी नाल जुड़े हुए हैं। दुर फिटे मूँह तेरा, तेरा कख ना रहे, बेड़ा बह जे तेरा, है ना। तो इदां दे शब्द ने जिहड़े ओह आपां वरतते हैं, काहदे लई वरतते हैं, फिटकार पाउण दे लई, झिड़कण दे लई, लानत पाउण दे लई ये शब्द वरतते हैं। इस तो बाद 8वीं किस्म है जी असीसवाचक। असीस दे विच कोई आशीर्वाद दिता जा रहा है, जिवें मतलब बड़े बजुर्गां ये शब्द वरतते ने, ठीक है। तो उन्होंने कोई रिस्पैक्ट करते, उन्होंने कहे लग जे तो असीस दिंदे ने भी वधे फुले तू, बुढ़ सुहागण होवे, है ना, जिउंदा वसदा रहे, है ना। इदां भी जुग जुग जिवें, जुग जुग जवानियां माणी, इदां दे शब्द आपां नूं बजुर्गां तो सुनन नूं मिलदे ने। तो किने असीसवाचक ने, खुश रहो, जिउंदे रहो, है ना, इदां। तो इदां दे शब्द आपां नूं मिलते नहीं, तो असीस आपां नूं लैनी भी चाहिए है, ठीक है जी। इस तो बाद नैक्सट है जी सूचनावाचक। सूचनावाचक दे की होगा भी आपां ने कई बार एकदम सामने वाले नूं सूचना दे दिंदे आ। कई बार की हुंदा भी आपां जा रहे सी किसी साधन के उत्ते, मोटरसाइकिल के उत्ते, गड्डी ते, तो आपां जांदे जांदे कई बार अपने सामने कोई आ जाए तो अपने मूँहों अचनचेत निकलता है, चाहे आप गड्डी के शीशे ला के विच लॉक होए बैठे हाँ भी सामने वाले सुने भी ना, अपने मूँहों एकदम की निकलता ओ देखी ओ बची, इदां दे शब्द आपां नूं मतलब मूँहों निकलते नहीं, है ना। तो वेखी, बची शब्द इदां दे, खबरदार जे काम किया आप सूचित कर रहे हैं उत्थे किसी नूं भी हुशियार, जागते रहो, बच के। तो इदां दे शब्द आप वरतते हैं, अपने मूँहों एकदम निकलते नहीं, ये मतलब आप कोई सोच के नहीं करते भी देखी ਉਹ ਵਿੱਚੇ ਮਾਰਿਆ ਹੁੰਦਾ, इदां ਦੇ शब्द भी अचनचेत अपने मूँहों जो निकलते हैं कि बेसमिक ने, बेसमे का भाव प्रगट है उत्थे, ठीक है। तो ये सूचनावाचक होंगे ने। तो इस तरीके नाल दोस्तों अपने 9 किस्मां इसदियां डिस्कस कर लईआं ने, हरेक दी अपने अगे उदाहरणां भी समझ लईआं ने। इहदे नाल तुसीं अपने आम जीवन विच जेकर होर भी उदाहरणां वरतदे हो, उन्हां नूं भी इन्हां दे विच शामिल करो भी किहड़ी किस्म दे आउणगे ओह, ठीक है। तो इस तरीके नाल तुहाडी इह वोकैबुलरी होर भी इनक्रीज होएगी। तो इस तरीके नाल दोस्तों अपनी शब्द बोध वाला भाग पूरा कर लिया, क्योंकि ये अपनी 8 शब्द श्रेणियां डिस्कस कर लईआं ने। पर शब्द बोध कुछ चीज़ां होर जिवें नाम, सॉरी नाम तो कर लिया, लिंग, बचन, ठीक है, ये चीज़ां भी शामिल होंदियां ने। तो उहदे नाल रिलेटेड भी तुहानूं सब मटीरियल इत्थे अवेलेबल होएगा, टेंशन ना लओ, ठीक है जी। जिवें हो गया अपने कोल कारक हो गया, वो सब चीज़ां भी इत्थे अवेलेबल होणगियां, टेंशन ना लओ। यही क्लास इत्थों तक देखने तुहाडा सारिआं दा बहुत बहुत धन्नवाद।